एवरीवन वेलकम और वेलकम बैक टू माय चैनल। आज तो ਆਪਾਂ ਸਟਾਰਟ ਕਰਨ ਜਾ ਰਹੇ ਹਾਂ ਪੋਲੀਟੀਕਲ ਸਾਇੰਸ ਦੀਆਂ ਵੀਡੀਓ ਸੀਰੀਜ਼। ਟੌਪਿਕ ਨੰਬਰ 1 ਹੈ ਰਾਜਨੀਤੀ ਵਿਗਿਆਨ, ਸੁਭਾਅ ਅਤੇ ਖੇਤਰ। ਸੋ ਇਹ ਤੁਹਾਡਾ ਬਹੁਤ ਹੀ ਇੰਪੋਰਟੈਂਟ ਫਰਸਟ ਟੌਪਿਕ ਹੈਗਾ ਤੇ ਇਹ ਵੀਡੀਓ ਨੂੰ ਐਂਡ ਤੱਕ ਬਿਨਾਂ ਸਕਿਪ ਕਰੇ ਦੇਖਿਓ ਤਾਂ ਕਿ ਕੋਈ ਵੀ ਨਿੱਕੀ ਮੋਟੀ ਚੀਜ਼ ਤੁਹਾਡੇ ਤੋਂ ਛੁੱਟ ਨਾ ਜਾਵੇ। ਟੈਲੀਗ੍ਰਾਮ ਚੈਨਲ ਨੂੰ ਵੀ ਤੁਸੀਂ ਫੋਲੋ ਕਰ ਸਕਦੇ ਹੋ। ਮੀਤ ਸਟੱਡੀ ਹਬ ਨਾਮ ਦਾ ਮੇਰਾ ਚੈਨਲ ਹੈ। PDFs ਅਪਡੇਟਸ ਲਿੰਕਸ ਵਗੈਰਾ ਮੈਂ ਉੱਥੇ ਹੀ ਤੁਹਾਡੇ ਨਾਲ ਸ਼ੇਅਰ ਕਰਦੀ ਰਹਿੰਦੀ ਹਾਂ। ਸਟਾਰਟ ਕਰਦੇ ਹਾਂ ਅੱਜ ਦਾ ਵੀਡੀਓ। ਵਾਟ ਡੂ ਯੂ ਮੀਨ ਬਾਈ ਪੋਲੀਟੀਕਲ ਸਾਇੰਸ, ਡਿਫਾਈਨ ਇਟਸ ਨੇਚਰ ਐਂਡ ਸਕੋਪ। ਪਹਿਲਾ ਹੀ ਕੁਐਸਚਨ ਤੁਹਾਡੇ ਕੁਐਸਚਨ ਪੇਪਰ 'ਚ ਤਕਰੀਬਨ ਇਹੀ ਹੁੰਦਾ ਹੈਗਾ। ਸੋ ਮਨੁੱਖ ਜਿਹੜਾ ਹੈਗਾ ਇੱਕ ਸਮਾਜਿਕ ਪ੍ਰਾਣੀ ਹੈ ਨਾ। ਉਹ ਸਮਾਜ ਤੋਂ ਬਿਨਾਂ ਨਹੀਂ ਰਹਿ ਸਕਦਾ। ਸਮਾਜ 'ਚ ਰਹਿ ਕੇ ਉਸਨੇ ਆਪਣੀਆਂ ਲੋੜਾਂ ਪੂਰੀਆਂ ਕਰਨੀਆਂ ਹੁੰਦੀਆਂ ਨਾ, ਰੋਟੀ ਕੱਪੜਾ ਮਕਾਨ। ਸੋ ਇਹ ਇਹਦੀਆਂ ਬੇਸਿਕ ਨੀਡਸ ਹੁੰਦੀਆਂ। ਲੇਕਿਨ ਨਾਲ ਹੀ ਉਸਨੇ ਡਿਜ਼ਾਇਰਸ ਵੀ ਆਪਣੀਆਂ ਪੂਰੀਆਂ ਕਰਨੀਆਂ ਹੁੰਦੀਆਂ ਨੇ ਕਿ ਉਹਨੂੰ ਗੱਡੀ ਵੀ ਚਾਹੀਦੀ ਹੈ ਨਾ, ਉਹਨੂੰ ਬੰਗਲਾ ਵੀ ਚਾਹੀਦਾ। ਸੋ ਇਹ ਹੁੰਦੀਆਂ ਨੇ ਡਿਜ਼ਾਇਰਸ। ਸੋ ਸਮਾਜ ਤੋਂ ਇਲਾਵਾ ਜਿਹੜਾ ਹੈਗਾ ਮਨੁੱਖ ਨੂੰ ਸੁਖੀ ਅਤੇ ਖੁਸ਼ਹਾਲ ਜੀਵਨ ਵੀ ਚਾਹੀਦਾ ਹੁੰਦਾ। ਉਹਨੇ ਸਮਾਜ 'ਚ ਤਾਂ ਰਹਿਣਾ ਪਰ ਉਹਨੂੰ ਖੁਸ਼ਹਾਲ ਜੀਵਨ ਵੀ ਚਾਹੀਦਾ ਤਾਂ ਕਿ ਉਸਨੂੰ ਕੋਈ ਤੰਗ ਪਰੇਸ਼ਾਨ ਨਾ ਕਰੇ, ਉਸਦੀ ਕਿਸੇ ਨਾਲ ਲੜਾਈ ਝਗੜਾ ਨਾ ਹੋਵੇ, ਸਮੂਥਲੀ ਉਹਦੀ ਜਿਹੜੀ ਹੈਗੀ ਹੈ ਲਾਈਫ ਰਨ ਕਰਦੀ ਰਹੇ। ਸੋ ਇੱਕ ਖੁਸ਼ਹਾਲ ਜੀਵਨ ਵੀ ਤਾਂ ਹੀ ਮਿਲੇਗਾ ਨਾ ਜੇ ਕਾਨੂੰਨ ਸਮਾਜ 'ਚ ਹੋਏਗਾ। ਲਾਈਕ ਅਗਰ ਕੋਈ ਕਾਨੂੰਨ ਸਮਾਜ ਵਿੱਚ ਨਹੀਂ ਹੈ ਤਾਂ ਆਪਾਂ ਤਾਂ ਲੜ ਲੜ ਕੇ ਜਿਹੜੇ ਹੈਗੇ ਮਰ ਜਾਵਾਂਗੇ ਇੱਕ ਦੂਸਰੇ ਨੂੰ, ਹੈ ਨਾ। ਸੋ ਟੋਲਰੇਟ ਹੀ ਨਹੀਂ ਕਰਾਂਗੇ। ਸੋ ਸੰਘਰਸ਼ ਬਹੁਤ ਹੋਏਗਾ। ਸੋ ਖੁਸ਼ਹਾਲ ਅਤੇ ਸੁਖੀ ਜੀਵਨ ਲਈ ਕਿ ਹੈ ਨਾ, ਜੀਓ ਔਰ ਜੀਣੇ ਦੋ ਲਈ ਕਾਨੂੰਨ ਹੋਣਾ ਚਾਹੀਦਾ। ਇਸ ਲਈ ਸਮਾਜ ਦੇ ਕੁਝ ਵਿਅਕਤੀ ਇੱਕ ਸੰਸਥਾ ਬਣਾਉਂਦੇ ਨੇ ਅਤੇ ਮਨੁੱਖ ਦੇ ਵਿਵਹਾਰਾਂ ਨੂੰ ਕੰਟਰੋਲ ਕਰਦੇ ਨੇ। ਸੋ ਇਹੀ ਸੰਸਥਾ ਕਾਨੂੰਨਾਂ ਦਾ ਨਿਰਮਾਣ ਕਰਦੀ ਹੈ, ਲਾਗੂ ਵੀ ਕਰਾਉਂਦੀ ਹੈ। ਅਤੇ ਅਗਰ ਇਹ ਜਿਹੜਾ ਹੈਗਾ ਕਾਨੂੰਨ ਨੂੰ ਕੋਈ ਨਹੀਂ ਮੰਨਦਾ ਹੈਗਾ ਤਾਂ ਉਸਨੂੰ ਜਿਹੜਾ ਹੈਗਾ ਪਨਿਸ਼ਮੈਂਟਸ, ਸਜ਼ਾਵਾਂ ਵੀ ਦਿੱਤੀਆਂ ਜਾਂਦੀਆਂ ਨੇ। ਰਾਜ ਨੂੰ ਚਲਾਉਣ ਲਈ ਸਰਕਾਰ ਜਿਹੜੀ ਹੁੰਦੀ ਹੈ ਸੰਬੰਧਿਤ ਹੁੰਦੀ ਹੈ। ਇਸੇ ਨੂੰ ਰਾਜਨੀਤੀ ਵਿਗਿਆਨ ਕਹਿੰਦੇ ਹਨ ਵੀ ਮਨੁੱਖ ਜਿਹੜਾ ਹੈਗਾ ਆਪਣੀਆਂ ਲੋੜਾਂ ਦੀ ਪੂਰਤੀ ਲਈ ਸਮਾਜ ਦੇ ਵਿੱਚ ਰਹਿੰਦਾ ਹੈਗਾ ਤੇ ਸਮਾਜ ਵਿੱਚ ਰਹਿ ਕੇ ਜਿਹੜਾ ਹੈਗਾ ਉਹ ਖੁਸ਼ਹਾਲ ਜੀਵਨ ਤਾਂ ਹੀ ਜੀ ਸਕਦਾ ਹੈ ਜੇ ਕਾਨੂੰਨ ਸਮਾਜ 'ਚ ਹੋਏਗਾ। ਅਗਰ ਕਾਨੂੰਨ ਤੋਂ ਬਿਨਾਂ ਸਮਾਜ ਆਪਾਂ ਇਮੈਜਿਨ ਕਰਾਂਗੇ ਤਾਂ ਉਹਦੇ ਵਿੱਚ ਬਹੁਤ ਹੀ ਜ਼ਿਆਦਾ ਝਗੜੇ, ਵਿਰੋਧ, ਕੰਟਰਾਡਿਕਟਰੀ ਕੰਡੀਸ਼ਨਸ ਇਕੱਠੀਆਂ ਹੋ ਜਾਣਗੀਆਂ। ਸੋ ਐਸ ਸਮਾਜ ਦੇ ਵਿੱਚ ਰਹਿਣਾ ਜਿਹੜਾ ਹੈਗਾ ਆਪਣੇ ਵਰਗਿਆਂ ਲਈ ਪੋਸੀਬਲ ਨਹੀਂ ਹੋਏਗਾ। ਤਾਂ ਕਰਕੇ ਜਿਹੜਾ ਹੈਗਾ ਕਾਨੂੰਨ ਬਣਾਇਆ ਜਾਂਦਾ ਹੈ ਅਤੇ ਕਾਨੂੰਨ ਜਿਹੜੇ ਹੈਗੀ ਸੰਸਥਾ ਲਾਗੂ ਕਰਾਉਂਦੀ ਹੈ, ਬਣਾਉਂਦੀ ਹੈਗੀ ਹੈ। ਸੋ ਉਸਨੂੰ ਜਿਹੜਾ ਹੈਗਾ ਸਰਕਾਰ ਨਾਲ ਉਹ ਚੀਜ਼ ਸੰਬੰਧਿਤ ਹੁੰਦੀ ਹੈ ਤਾਂ ਇਸ ਨੂੰ ਹੀ ਰਾਜਨੀਤੀ ਵਿਗਿਆਨ ਕਹਿੰਦੇ ਨੇ। ਮੀਨਿੰਗ ਆਫ ਪੋਲੀਟੀਕਲ ਸਾਇੰਸ ਕੀ ਹੈਗਾ? ਸਭ ਤੋਂ ਪਹਿਲਾਂ ਆਪਾਂ ਨੇ ਭੂਮਿਕਾ ਕੀਤੀ ਉੱਪਰ ਇੰਟਰੋਡਕਸ਼ਨ। ਹੁਣ ਹੈਗਾ ਮੀਨਿੰਗ। ਇਸ ਦੇ ਸ਼ਾਬਦਿਕ ਅਰਥ ਕੀ ਨੇ? ਰਾਜ ਅਤੇ ਸਰਕਾਰ ਦਾ ਅਧਿਐਨ ਕਰਨ ਵਾਲਾ ਜਿਹੜਾ ਵਿਸ਼ਾ ਹੈਗਾ ਉਸਨੂੰ ਰਾਜਨੀਤੀ ਵਿਗਿਆਨ ਕਹਿੰਦੇ ਨੇ। ਰਾਜ ਪਲੱਸ ਨੀਤੀ, ਰਾਜ ਦੀਆਂ ਨੀਤੀਆਂ ਨੂੰ ਅਧਿਐਨ ਕਰਨ ਵਾਲਾ ਵਿਗਿਆਨ। ਰਾਜਨੀਤੀ ਵਿਗਿਆਨ ਦੋ ਸ਼ਬਦਾਂ ਤੋਂ ਬਣਿਆ, ਰਾਜਨੀਤੀ ਪਲੱਸ ਵਿਗਿਆਨ। ਸੋ ਰਾਜਨੀਤੀ ਜਿਹੜਾ ਵਰਡ ਹੈਗਾ ਅਤੇ ਵਿਗਿਆਨ ਜਿਹੜਾ ਵਰਡ ਹੈ। ਸੋ ਰਾਜਨੀਤੀ ਸ਼ਬਦ ਅੰਗਰੇਜ਼ੀ ਦੇ ਸ਼ਬਦ ਪੋਲੀਟਿਕਸ ਦਾ ਪੰਜਾਬੀ ਅਨੁਵਾਦ ਹੈ। ਇਹ ਯੂਨਾਨੀ ਭਾਸ਼ਾ ਸ਼ਬਦ ਪੋਲਿਸ ਤੋਂ ਲਿਆ ਗਿਆ ਹੈ। ਠੀਕ ਹੈ, ਪੋਲਿਸ, ਜਿਸ ਦਾ ਅਰਥ ਹੈ ਛੋਟੇ ਛੋਟੇ ਰਾਜ। ਸੋ ਇਹ ਯੂਨਾਨੀ ਭਾਸ਼ਾ ਦਾ ਸ਼ਬਦ ਹੈ ਤੇ ਇਸ ਨੂੰ ਜਿਹੜਾ ਹੈਗਾ ਪੋਲਿਸ਼ ਸ਼ਬਦ ਤੋਂ ਲਿਆ ਗਿਆ ਹੈ ਜਿਸ ਦਾ ਅਰਥ ਹੈ ਛੋਟੇ ਛੋਟੇ ਨਗਰ ਜਾਂ ਫਿਰ ਰਾਜ। ਪ੍ਰਾਚੀਨ ਯੂਨਾਨ 'ਚ ਕੀ ਹੁੰਦਾ ਸੀਗਾ? ਛੋਟੇ ਛੋਟੇ ਨਗਰ ਸੀਗੇ, ਛੋਟੇ ਛੋਟੇ ਰਾਜ ਸੀ ਅਤੇ ਜਿਨ੍ਹਾਂ ਦੀ ਆਬਾਦੀ ਅਤੇ ਜਿਨ੍ਹਾਂ ਦਾ ਖੇਤਰ ਜਿਹੜਾ ਸੀਗਾ ਬਿਲਕੁਲ ਸੀਮਤ ਸੀਗਾ। ਇਹ ਰਾਜ ਆਪਣੇ ਆਪ ਵਿੱਚ ਸੁਤੰਤਰ ਸੀ ਤੇ ਇਹਨਾਂ ਜਿਹੜੇ ਰਾਜਾਂ ਨੂੰ, ਨਗਰਾਂ ਨੂੰ, ਇਹਨਾਂ ਦੀਆਂ ਸਮੱਸਿਆਵਾਂ ਦਾ ਅਧਿਐਨ ਜਿਹੜਾ ਸੀ ਕੀਤਾ ਜਾਂਦਾ ਸੀ ਤੇ ਬਾਅਦ 'ਚ ਇਹ ਜਿਹੜਾ ਸੀਗਾ ਇਹ ਸਾਰੀ ਚੀਜ਼ ਜਿਹੜੀ ਸੀਗੀ ਰਾਜਨੀਤੀ ਅਖਵਾਈ। ਇਸ ਤੋਂ ਬਾਅਦ 'ਚ ਰਾਜਨੀਤੀ ਦਾ ਪੂਰਨ ਅਧਿਐਨ ਕਰਨ ਲਈ ਹੁਣ ਜਿਹੜਾ ਹੈਗਾ ਆਪਾਂ ਰਾਜਨੀਤੀ ਵਿਗਿਆਨ ਹੀ ਪੜ੍ਹਦੇ ਹਾਂ। ਸੋ ਇਹ ਪੋਲਿਸ਼ ਜਿਹੜਾ ਹੈਗਾ ਸ਼ਬਦ ਤੋਂ ਆਇਆ। ਮੀਨਿੰਗ ਕਰੀ ਆਪਾਂ ਨੇ ਸਭ ਤੋਂ ਪਹਿਲਾਂ ਇੰਟਰੋਡਕਸ਼ਨ ਕਰੀ, ਫਿਰ ਆਪਾਂ ਨੇ ਮੀਨਿੰਗ ਤਾਂ ਹੁਣ ਹੈਗੀਆਂ ਡੈਫੀਨੇਸ਼ਨਸ ਦੀ ਵਾਰੀ, ਪਰਿਭਾਸ਼ਾਵਾਂ। ਸੋ 4 ਪੇਜਿਸ ਤੋਂ ਘੱਟ ਆਪਾਂ ਨੇ ਕੁਐਸਚਨ ਅਟੈਂਪਟ ਨਹੀਂ ਕਰਨਾ। 4 ਪੇਜਿਸ ਤੋਂ ਜ਼ਿਆਦਾ ਹੋ ਸਕਦਾ ਥੋੜ੍ਹਾ, ਐ ਨਹੀਂ ਵੀ 7-8 ਪੇਜ ਭਰਦੀ ਹੈ, ਨਹੀਂ। 3.5-4 ਪੇਜਿਸ ਦੀ ਜਿਹੜੀ ਹੈਗੀ ਹੈ ਤੁਸੀਂ ਕੁਆਂਟਿਟੀ ਮੇਨਟੇਨ ਕਰਕੇ ਰੱਖੋ। ਇੰਨੀ ਕੁ ਲੈਂਥ ਜਿਹੜੀ ਹੈਗੀ ਹੈ ਇਨਫ ਹੁੰਦੀ ਹੈ। ਸੋ ਸ਼ਾਰਟ ਜਿਹੜੇ ਕੁਐਸਚਨ ਹੈਗੇ ਨੇ ਇੱਕ ਪੇਜ 'ਤੇ 2 ਵੀ ਕਰ ਸਕਦੇ ਹੋ ਜਾਂ 3 ਵੀ ਕਰ ਸਕਦੇ ਹੋ। ਇਸ ਤੋਂ ਜ਼ਿਆਦਾ ਨਹੀਂ ਅਟੈਂਪਟ ਕਰਨੇ। ਸੋ ਇੱਕ ਪੇਜ 'ਤੇ ਤੁਸੀਂ 1 ਵੀ ਕਰ ਸਕਦੇ ਹੋ, 2 ਵੀ ਕਰ ਸਕਦੇ ਹੋ ਅਤੇ 3 ਮਿਨੀਮਮ ਜਿਹੜਾ ਹੈ 1 ਕਰ ਸਕਦੇ ਹੋ ਅਤੇ ਮੈਕਸੀਮਮ ਜਿਹੜਾ ਹੈਗਾ 3 ਕਰ ਸਕਦੇ ਹੋ। ਸੋ ਡੈਫੀਨੇਸ਼ਨ ਨੇ ਜਿਹੜੀਆਂ, ਡੈਫੀਨੇਸ਼ਨਸ ਨੂੰ ਵੀ 2 ਟਾਈਪਸ ਦੇ ਵਿੱਚ ਵੰਡਿਆ ਹੋਇਆ, 2 ਭਾਗਾਂ ਦੇ ਵਿੱਚ। ਇੱਕ ਤਾਂ ਹੈਗੇ ਨੇ ਪਰੰਪਰਾਵਾਦੀ ਯਾਨੀ ਕਿ ਟ੍ਰੈਡੀਸ਼ਨਲ, ਇੱਕ ਹੈਗਾ ਆਧੁਨਿਕ ਦ੍ਰਿਸ਼ਟੀਕੋਣ। ਸੋ ਇਹ ਜਿਹੜਾ ਹੈ 2 ਪਰਸਪੈਕਟਿਵ ਤੋਂ ਆਪਾਂ ਜਿਹੜਾ ਹੈਗਾ ਰਾਜਨੀਤੀ ਵਿਗਿਆਨ ਦੀਆਂ ਪਰਿਭਾਸ਼ਾਵਾਂ ਨੂੰ ਪੜ੍ਹਦੇ ਹਾਂ। ਪਰੰਪਰਾਵਾਦੀ ਯਾਨੀ ਕਿ ਟ੍ਰੈਡੀਸ਼ਨਲ ਪਰਸਪੈਕਟਿਵ, ਜਿਹੜੇ ਲੋਕ ਪੁਰਾਣੀ ਸੋਚਾਂ ਵਾਲੇ ਨੇ, ਠੀਕ ਹੈ, ਉਹਨਾਂ ਨੂੰ ਪਰੰਪਰਾਵਾਦੀ ਟ੍ਰੈਡੀਸ਼ਨਲ ਕਹਿੰਦੇ ਨੇ। ਸੋ 2 ਤਰ੍ਹਾਂ ਨਾਲ ਇਹਨਾਂ ਨੇ ਐਗਜ਼ਾਮਪਲਸ, ਡੈਫੀਨੇਸ਼ਨਸ ਦਿੱਤੀਆਂ ਨੇ। 20ਵੀਂ ਸਦੀ ਦੇ ਆਰੰਭ ਤੱਕ ਅਪਣਾਏ ਗਏ ਦ੍ਰਿਸ਼ਟੀਕੋਣਾਂ ਨੂੰ, ਪਰੰਪਰਾਵਾਂ ਨੂੰ ਜਿਹੜਾ ਹੈਗਾ ਪਰੰਪਰਾਵਾਦੀ ਦ੍ਰਿਸ਼ਟੀਕੋਣ ਕਹਿੰਦੇ ਨੇ। ਇਸ ਦੇ ਵਿਦਵਾਨਾਂ ਨੇ ਰਸਮੀ ਰਾਜਨੀਤਿਕ ਸੰਸਥਾਵਾਂ ਜਿਹੜੀਆਂ ਰਸਮੀ ਨੇ, ਠੀਕ ਹੈ, ਫਾਰਮਲ, ਕੀ ਹੁੰਦਾ ਰਾਜ ਦੇ ਵਿੱਚ? ਜੇ ਆਪਾਂ ਨੂੰ ਕੋਈ ਪੁੱਛੇ ਰਾਜ ਹੁੰਦਾ ਜੀ
ਸਰਕਾਰ ਹੁੰਦਾ ਹੈ ਅਤੇ ਕਾਨੂੰਨ ਦਾ ਅਧਿਐਨ ਹੁੰਦਾ ਹੈ। ਸੋ ਇਸ ਦੇ ਅਕੋਰਡਿੰਗ ਹੀ ਪੁਰਾਣੇ ਜਿਹੜਾ ਹੈਗਾ ਸਮੇਂ 'ਚ ਜਿਵੇਂ ਆਪਾਂ ਰਾਜਨੀਤੀ ਵਿਗਿਆਨ ਨੂੰ ਪੜ੍ਹਦੇ ਸੀ ਵੀ ਰਾਜ ਹੈ, ਸਰਕਾਰ ਅਤੇ ਕਾਨੂੰਨ ਹੈ, ਸੋ ਉਹ ਜਿਹੜਾ ਹੈਗਾ ਰਾਜ ਦੀ ਪਰਿਭਾਸ਼ਾ ਇਹਨਾਂ ਨੇ ਚੱਕੀ ਆ। ਸੋ ਕਹਿੰਦੇ ਇਹਨਾਂ ਸੰਸਥਾਵਾਂ ਦੇ ਅਨੁਸਾਰ ਹੀ ਰਾਜਨੀਤੀ ਸ਼ਾਸਤਰ ਦਾ ਅਧਿਐਨ ਨੂੰ ਵਿਸ਼ਾ ਮੰਨਿਆ ਜਾਂਦਾ ਹੈ। ਸੋ ਸਭ ਤੋਂ ਪਹਿਲਾਂ ਜਿਹੜੇ ਹੈਗੇ ਨੇ ਗਾਰਨਰ, ਇਹ ਕਹਿ ਰਹੇ ਨੇ ਰਾਜਨੀਤੀ ਸ਼ਾਸਤਰ ਦੀ ਸ਼ੁਰੂਆਤ ਅਤੇ ਅੰਤ ਜਿਹੜਾ ਹੈਗਾ ਰਾਜ ਦੇ ਨਾਲ ਹੀ ਹੁੰਦਾ। ਸੋ ਇਹਨਾਂ ਨੇ ਜਿਹੜੀਆਂ ਜਿਸ 'ਚ ਰਾਜ ਦੀ ਗੱਲ ਆ ਜੇ, ਸਰਕਾਰ ਦੀ ਗੱਲ ਆ ਜੇ, ਕਾਨੂੰਨ ਦੀ ਗੱਲ ਆ ਜੇ, ਸੋ ਉਹ ਟ੍ਰੈਡੀਸ਼ਨਲ ਪਰੰਪਰਾਵਾਦੀ ਜਿਹੜੀ ਹੈਗਾ ਪਰਸਪੈਕਟਿਵ ਹੈ। ਗਾਰਨਰ ਕਹਿ ਰਹੇ, ਤੁਸੀਂ 3 ਜਾਂ 2 ਡੈਫੀਨੇਸ਼ਨਸ ਕਰ ਸਕਦੇ ਹੋ। ਗਾਰਨਰ ਕਹਿ ਰਹੇ ਹੈ ਕਿ ਰਾਜਨੀਤੀ ਸ਼ਾਸਤਰ ਦੀ ਸ਼ੁਰੂਆਤ ਅਤੇ ਅੰਤ ਰਾਜ ਦੇ ਨਾਲ ਹੁੰਦਾ ਹੈ। ਲੀਕੌਕ ਕਹਿ ਰਹੇ ਨੇ ਕਿ ਰਾਜਨੀਤੀ ਜਿਹੜੀ ਸ਼ਾਸਤਰ ਹੈਗਾ, ਰਾਜਨੀਤੀ ਵਿਗਿਆਨ ਜਿਹੜਾ ਹੈਗਾ ਕੇਵਲ ਸਰਕਾਰ ਦੇ ਵਿੱਚ ਹੀ ਜਿਹੜਾ ਹੈਗਾ ਸੀਮਤ ਹੈ, ਸਿਰਫ ਸਰਕਾਰ ਦੇ ਨਾਲ ਸੀਮਤ ਹੈ। ਜਿਹੜਾ ਸਿਰਫ ਸਰਕਾਰ ਦੀ ਗੱਲ ਕਰੇ ਉਹ ਰਾਜਨੀਤੀ ਸ਼ਾਸਤਰ ਹੈ। ਗਿਲ ਕ੍ਰਾਈਸਟ ਕਹਿ ਰਹੇ ਨੇ, ਕਹਿੰਦੇ ਰਾਜਨੀਤੀ ਸ਼ਾਸਤਰ ਕੀ ਹੈਗਾ, ਰਾਜ ਅਤੇ ਸਰਕਾਰ ਦੀਆਂ ਆਮ ਸਮੱਸਿਆਵਾਂ ਨਾਲ ਸੰਬੰਧਿਤ ਹੈ। ਸੋ ਮੈਂ ਬਹੁਤ ਹੀ ਜ਼ਿਆਦਾ ਆਸਾਨ ਡੈਫੀਨੇਸ਼ਨਸ ਤੁਹਾਡੇ ਲਈ ਲੈ ਕੇ ਆਈ ਹਾਂ। ਡਿਮੌਕ ਕਹਿ ਰਹੇ ਨੇ ਰਾਜਨੀਤੀ ਸ਼ਾਸਤਰ ਦਾ ਸੰਬੰਧ, ਯਾਨੀ ਕਿ ਰਾਜਨੀਤੀ ਵਿਗਿਆਨ ਵੀ ਪਾ ਸਕਦੇ ਹੋ, ਸ਼ਾਸਤਰ ਵੀ ਪਾ ਸਕਦੇ ਹੋ। ਰਾਜਨੀਤੀ ਸ਼ਾਸਤਰ ਦਾ ਸੰਬੰਧ ਹੈਗਾ ਰਾਜ ਅਤੇ ਉਸਦੇ ਸਾਧਨਾਂ ਦੇ ਨਾਲ, ਕਿ ਰਾਜ ਦੇ ਵਿੱਚ ਜਿਹੜਾ ਹੈਗਾ ਕਿਹੜੇ ਕਿਹੜੇ ਸਾਧਨ ਯੂਜ਼ ਕੀਤੇ ਜਾਂਦੇ ਨੇ। ਸੋ ਫਿਰ ਜਿਹੜਾ ਹੈਗਾ ਆਪਾਂ ਕਨਕਲੂਜ਼ਨ ਜ਼ਰੂਰ ਲਿਖਣਾ ਹੈ ਕਿ ਉਪਰੋਕਤ ਪਰਿਭਾਸ਼ਾਵਾਂ ਤੋਂ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਰਾਜਨੀਤੀ ਵਿਗਿਆਨ ਹੈਗਾ ਰਾਜ ਦਾ ਵਿਗਿਆਨ ਹੈ ਅਤੇ ਸਰਕਾਰ ਦਾ ਕਾਨੂੰਨ ਦਾ ਵੀ ਵਿਗਿਆਨ ਹੈ। ਉਸ ਤੋਂ ਬਾਅਦ ਗੱਲ ਕਰਦੇ ਹਾਂ ਮਾਡਰਨ ਪਰਸਪੈਕਟਿਵ ਦੀ। ਪਹਿਲਾਂ ਆਪਾਂ ਟ੍ਰੈਡੀਸ਼ਨਲ ਕੀਤਾ, ਹੁਣ ਮਾਡਰਨ ਦੀ ਵਾਰੀ ਹੈ। ਸੋ ਆਧੁਨਿਕ ਦ੍ਰਿਸ਼ਟੀਕੋਣ, ਇਸ ਦੇ ਵਿੱਚ ਕਿਸ ਦੀ ਮੇਨ ਗੱਲ ਕੀਤੀ ਜਾਂਦੀ ਹੈ, ਸ਼ਕਤੀ, ਸੱਤਾ ਅਤੇ ਪ੍ਰਭਾਵ। ਅਤੇ ਪਿਛਲੇ ਵਾਲੇ 'ਚ ਕੀ ਸੀ, ਰਾਜ, ਸਰਕਾਰ ਅਤੇ ਕਾਨੂੰਨ। ਲੇਕਿਨ ਮਾਡਰਨ ਵਾਲੇ ਕਹਿ ਰਹੇ ਆ ਸ਼ਕਤੀ, ਸੱਤਾ, ਪ੍ਰਭਾਵ। ਇਸ ਪਰੰਪਰਾ ਦੇ ਵਿੱਚ ਜਿਹੜਾ ਹੈਗਾ ਵਿਦਵਾਨਾਂ ਨੇ ਪਰੰਪਰਾਵਾਦੀ ਦ੍ਰਿਸ਼ਟੀਕੋਣ ਨੂੰ ਕਹਿੰਦੇ ਵੀ ਨਿਰਜੀਵ ਹੈ। ਤਾਂ ਨਿਰਜੀਵ ਰਾਜਨੀਤੀ ਵਿਗਿਆਨ ਦੀ ਤੁਸੀਂ ਗੱਲ ਕਰ ਰਹੇ ਹੋ, ਕਿਉਂਕਿ ਇਹਨਾਂ ਨੇ ਕ੍ਰਿਟੀਸਾਈਜ਼ ਕੀਤਾ, ਉਹਨਾਂ ਨੂੰ ਖੰਡਨ ਕੀਤਾ। ਇਹ ਕਹਿੰਦੇ ਮਨੁੱਖ ਦੇ ਅਸਲੀ ਵਿਵਹਾਰ ਨੇ ਨਾ ਜਿਹੜੇ ਰਸਮੀ ਅਤੇ ਗੈਰ ਰਸਮੀ, ਉਹਨਾਂ ਨੇ ਤਾਂ ਇਕੱਲਾ ਰਸਮੀ ਦੀ ਗੱਲ ਕੀਤੀ ਸੀ ਨਾ, ਰਾਜ, ਸਰਕਾਰ, ਕਾਨੂੰਨ, ਪਰ ਇਹ ਕਹਿੰਦੇ ਗੈਰ ਰਸਮੀ ਤੇ ਰਸਮੀ ਦੋਨੋਂ ਪ੍ਰਕਾਰ ਦੀਆਂ ਸੰਸਥਾਵਾਂ ਹੁੰਦੀਆਂ ਨੇ ਰਾਜਨੀਤੀ 'ਚ, ਇਕੱਲੀ ਇੱਕ ਨਹੀਂ ਹੁੰਦੀ। ਇਕੱਲਾ ਰਾਜ, ਸਰਕਾਰ ਤੇ ਕਾਨੂੰਨ ਨਹੀਂ ਹੁੰਦਾ, ਰਸਮੀ ਚੀਜ਼ਾਂ ਹੀ ਨਹੀਂ ਹੁੰਦੀਆਂ, ਗੈਰ ਰਸਮੀ ਵੀ ਹੁੰਦੀਆਂ ਨੇ। ਸੋ ਇਹਨਾਂ ਨੇ ਕਿਸ ਚੀਜ਼ ਦਾ ਜ਼ਿਕਰ ਕੀਤਾ, ਸ਼ਕਤੀ, ਸੱਤਾ ਅਤੇ ਪ੍ਰਭਾਵ ਦਾ। ਉਸ ਤੋਂ ਬਾਅਦ 'ਚ ਡੈਫੀਨੇਸ਼ਨਸ, ਕਿਵੇਂ ਇਹਨਾਂ ਨੇ ਡੈਫੀਨੇਸ਼ਨਸ ਦਿੱਤੀਆਂ ਨੇ। ਇਹ ਕਹਿੰਦੇ ਰੋਬਰਟ ਕਹਿ ਰਹੇ ਨੇ ਮਨੁੱਖੀ ਸਮੁਦਾਇ ਜਿਹੜੇ ਹੁੰਦੇ ਨੇ, ਸਮੁਦਾਇਆਂ ਉੱਪਰ ਸ਼ਾਸਨ ਕਰਨ ਦੀ ਕਲਾ ਹੀ ਰਾਜਨੀਤੀ ਹੈ। ਤਾਂ ਕਿਉਂਕਿ ਓਬਵੀਅਸ ਜੀ ਗੱਲ ਇਹ ਗੈਰ ਰਸਮੀ ਚੀਜ਼ਾਂ ਵਿੱਚ ਮਨੁੱਖ, ਮਨੱਖ ਸਭ ਕੁਝ ਸ਼ਾਮਿਲ ਕਰਤਾ ਨੇ ਇਹਨਾਂ ਨੇ ਏਰੀਆ ਜਿਹੜਾ ਸੀਗਾ ਇਸਦਾ ਵੱਡਾ ਕਰਤਾ। ਉਹਨਾਂ ਨੇ ਤਾਂ ਸਿਰਫ 3 ਚੀਜ਼ਾਂ ਇਨਕਲੂਡ ਕੀਤੀਆਂ, ਇਹਨਾਂ ਨੇ ਹੋਰ ਵੀ ਕਾਫੀ ਕੁਝ ਇਨਕਲੂਡ ਕੀਤਾ। ਤਾਂ ਕਹਿੰਦੇ ਮਨੁੱਖੀ ਸਮੁਦਾਇ ਦੇ ਉੱਤੇ ਜਿਹੜੇ ਸ਼ਾਸਨ ਕਰਨ ਦੀ ਕਲਾ ਹੈਗੀ ਆ, ਹੈ ਨਾ, ਪਾਵਰ ਸੱਤਾ ਸਥਾਪਿਤ ਕਰਨ ਦੀ ਜਿਹੜੀ ਕਲਾ ਹੈ ਉਹ ਕੀ ਹੈਗੀ ਹੈ, ਰਾਜਨੀਤੀ। ਲਿਪਸਨ ਕਹਿ ਰਹੇ हैं राजनीति तो मेरा भाव क्रियाशील विवाद की प्रक्रिया है। ठीक है, क्रियाशील विवाद की प्रक्रिया है। कैटलिन कह रहे ने राजनीति संगठित मनुखी समाजां दे राजनीतिक पहलू का अध्ययन है। जिहड़े मनुख संगठित ने, मनुखी समाज जिहड़ा, सो वो जिहड़ा हैगा राजनीतिक पहलू का अध्ययन वो राजनीति शास्त्र है। डेविड ईस्टन कह रहे ने राजनीति कदरां कीमतां दे प्रभु सत्तापूर्ण निर्धारण के अध्ययन के नाल संबंधित है। सो जो भी उपर परिभाषावां 'ਚ लिखिया तो आप जिहड़ा हैगा इत्थे कनकलूजन 'ਚ जरूर लिखांगे, नंबर अच्छे मिलते हैं। सो परिभाषावां के अनुसार कह सकते हैं कि राजनीति शास्त्र मानव जीवन के राजनीतिक ते इस दे नाल संबंधित पक्षां दा विवहारक अध्ययन है। हुण करदे हां आपां गल नेचर दी। नेचर माने सुभाਅ। राजनीति शास्त्र का सुभाਅ किदां दा है। सो अलग अलग मतभेद ने, कोई इसनूं कह रहा कि विज्ञान है, कोई इसनूं कह रहा कि विज्ञान नहीं है। सो उस तो बाद हैगा गार्नर की कह रहे हैं, हाब्स, गैट्स, गिल क्राइस्ट ये कह रहे हैं कि राजनीति शास्त्र जिहड़ा है विज्ञान है। ब्राइस, सेटलैंड, बर्की, गैटल इसनूं विज्ञान नहीं मानते। तो कुछ मान रहे ने, कुछ नहीं मानते। अगर तुसीं थिंकर नहीं भी लिखोगे तो भी चलता है। सो पोलीटिकल साइंस एज आ साइंस, हुण जिहड़े भी कह रहे हैं कि पोलीटिकल साइंस राजनीति शास्त्र विज्ञान है, सो वो की कह रहे हैं, सो ओवले थिंकर कह रहे हैं कि यदि भविष्यवाणी, क्योंकि साइंस है, साइंस की भविष्यवाणी, अगर ये साइंस हैगा जी तो साइंस की भविष्यवाणी हो सकती है, पर यह नहीं है कि सारे हालातों होएगी, किसी किसी हालात च भविष्यवाणी हो सकती है, तां ही असीं कहने हैं कि साइंस है। राजनीति विज्ञान एक विज्ञान है कहते जिसकी भविष्यवाणी की जा सकती है, पर हर बार ये सच्ची नहीं साबित होती। इत्थे ये कह रहे हैं कि हर बार सच्ची नहीं साबित होती, कदे कदे होंदी है, क्योंकि राजनीति विज्ञान का विषय वस्तु मनुखी संस्थावां ने, और मनुख का व्यवहार की है, बदलता रहता, इक्को जिहा नहीं रहिंदा, तां करके इन्हां दी भविष्यवाणी
ਕਦੇ ਕਦੇ ਗਲਤ ਹੋ ਜਾਂਦੀ ਹੈ। ਤਾਂ ਹੁਣ ਦੇਖੋ ਅੱਜ ਮੇਰਾ ਪਰਸਪੈਕਟਿਵ ਕਿਸੇ ਹੋਰ ਪਾਰਟੀ ਦੇ ਵੱਲ ਜਿਹੜਾ ਹੈਗਾ ਲਾਈਕ ਮੇਰਾ ਆਪ ਦੀ ਪਾਰਟੀ ਵੱਲ ਅੱਜ ਪਰਸਪੈਕਟਿਵ ਅੱਛਾ ਹੈ, ਹੋ ਸਕਦਾ ਹੈਗਾ ਫਿਊਚਰ 'ਚ ਅੱਛਾ ਨਾ ਹੋਵੇ। ਤਾਂ ਮਤਲਬ ਜਿਹੜਾ ਹੈਗਾ ਕੋਈ ਮੇਰੇ ਬਾਰੇ ਦੇਖੇਗਾ ਉਹ ਕਹੇ ਇਹ ਤਾਂ ਆਮ ਆਦਮੀ ਪਾਰਟੀ ਦੀ ਹੈ, ਲੇਕਿਨ ਹੋ ਸਕਦਾ ਅਗਲੇ ਸਾਲ ਮੈਂ ਕਿਸੇ ਹੋਰ ਪਾਰਟੀ 'ਚ ਹੋਵਾਂ। ਤਾਂ ਪਰਸਪੈਕਟਿਵ ਜਿਹੜਾ ਹੈਗਾ ਉਹ ਗਲਤ ਸਾਬਿਤ ਹੋ ਸਕਦਾ ਹੈ, ਭਵਿੱਖਬਾਣੀ ਗਲਤ ਸਾਬਿਤ ਹੋ ਸਕਦੀ ਹੈ। ਤਾਂ ਕਰਮਬੱਧਤਾ ਹੁਣੇ ਫੇਰ ਕਰਨ ਨੇ ਕਹਿੰਦੇ ਇਸ ਦੇ ਵਿੱਚ ਕੀ ਹੈ, ਕਰਮਬੱਧਤਾ ਕ੍ਰੋਨੋਲੋਜੀਕਲੀ ਜਿਹੜਾ ਹੈਗਾ ਆਰਡਰ 'ਚ ਚੱਲਦਾ, ਕਰਮਬੱਧਤਾ ਪਾਈ ਜਾਂਦੀ ਹੈ। ਕਹਿੰਦੇ ਕਾਫੀ ਹੱਦ ਤੱਕ ਇਹ ਕਰਮਬੱਧਤਾ ਚੱਲਦਾ ਹੈ, ਠੀਕ ਹੈ। ਇੱਥੇ ਵੀ ਜਿਹੜਾ ਹੈਗਾ ਇਹ ਕਹਿ ਰਹੇ ਨੇ, ਕਹਿੰਦੇ ਰਾਜ ਦੇ 4 ਤੱਤ ਨੇ। ਇੱਕ ਤਾਂ ਰਾਜ 'ਚ ਵਸੋਂ ਹੋਣੀ ਚਾਹੀਦੀ ਹੈ ਤਾਂ ਉਹ ਰਾਜ ਹੈ, ਇੱਕ ਨਿਸ਼ਚਿਤ ਉਹਦੀ ਭੂਮੀ ਹੋਣੀ ਚਾਹੀਦੀ ਹੈ। ਹੁਣ ਜਿਵੇਂ ਆਪਣਾ ਭਾਰਤ ਇੱਕ ਰਾਜ ਹੈ, ਵਸੋਂ ਹੋਣੀ ਹੈਗੀ ਹੈ ਨਾ, ਇਸਦੀ ਨਿਸ਼ਚਿਤ ਭੂਮੀ ਹੈਗੀ ਹੈ ਨਾ, ਲਿਮਿਟਸ ਹੈਗੀਆਂ ਨੇ ਕਿ ਇੱਥੇ ਤੱਕ ਇਹਦੀ ਬਾਉਂਡਰੀ ਹੈ, ਸਰਕਾਰ ਹੈਗੀ ਹੈ, ਪ੍ਰਭੂ ਸੱਤਾ ਵੀ ਤਾਂ ਹੈਗਾ। ਮਤਲਬ ਅਗਰ ਰਾਜ ਹੈ ਤੇ ਇਹਦੇ 'ਚ 4 ਤੱਤ ਹੋਣੇ ਚਾਹੀਦੇ ਨੇ, ਵਸੋਂ, ਨਿਸ਼ਚਿਤ ਭੂਮੀ, ਸਰਕਾਰ, ਪ੍ਰਭੂ ਸੱਤਾ। ਇਹ ਤੱਤ ਹੀ ਰਾਜ ਦਾ ਨਿਰਮਾਣ ਕਰਦੇ ਨੇ। ਸੰਸਾਰ ਦੀ ਹਰ ਜਗ੍ਹਾ ਰਾਜ ਦੇ 4 ਤੱਤ ਨੇ। ਇਹ ਰੂਪ ਅਲੱਗ ਹੋ ਸਕਦੇ ਹਨ, ਮਤਲਬ ਕਿ ਇਸਦੇ ਰੂਪ ਅਲੱਗ ਹੋ ਸਕਦੇ ਨੇ, ਪਰ ਇਹ ਜਿਹੜੀਆਂ ਚੀਜ਼ਾਂ ਨੇ ਰਾਜ 'ਚ ਹੁੰਦੀਆਂ ਹੀ ਹੁੰਦੀਆਂ ਨੇ। ਮਤਲਬ ਤਾਂ ਕਰਕੇ ਇਹ 4 ਚੀਜ਼ਾਂ ਹੈ ਤਾਂ ਇਹ ਕਰਮਬੱਧਤਾ ਹੈ, ਕਿਉਂਕਿ ਇਹ ਹਰੇਕ ਥਾਂ ਤੇ ਪਾਇਆ ਜਾਂਦਾ ਤਾਂ ਕਰਕੇ ਕਰਮਬੱਧਤਾ ਹੈ। ਪਰ ਕਦੇ ਕਦੇ ਇਸਦੇ ਰੂਪਾਂ ਦੇ ਵਿੱਚ ਫਰਕ ਆਉਂਦਾ, ਜਿਹੜੀਆਂ ਅੱਗੇ ਚੀਜ਼ਾਂ ਨੇ ਹਨਾ। ਸੋ ਤਾਂ ਕਰਕੇ ਕਹਿੰਦੇ ਇਹ ਕਦੇ ਕਦੇ ਕਰਮਬੱਧਤਾ ਇਹਦੀ ਖਤਮ ਹੋ ਜਾਂਦੀ ਹੈ, ਪਰ ਇਹ ਕਰਮਬੱਧਤਾ ਵਾਲਾ ਸਾਇੰਸ ਹੈਗਾ ਤਾਂ ਕਰਕੇ ਅਸੀਂ ਸਾਇੰਸ ਮੰਨਦੇ ਹਾਂ। ਹੁਣ ਇਹ ਕਹਿ ਰਹੇ ਨੇ, ਕਹਿੰਦੇ ਨਿਰੀਖਣ ਵੀ ਰਾਜਨੀਤੀ ਸ਼ਾਸਤਰ, ਰਾਜਨੀਤੀ ਵਿਗਿਆਨ ਤਾਂ ਵੀ ਇੱਕ ਵਿਗਿਆਨ ਹੈ ਕਿਉਂਕਿ ਇਸਦਾ ਨਿਰੀਖਣ ਕੀਤਾ ਜਾ ਸਕਦਾ ਹੈ। ਨਿਰੀਖਣ ਕਰਨ ਲਈ ਜਿਹੜੀਆਂ ਹੈਗੀਆਂ ਵਿਧੀਆਂ ਦਾ ਪ੍ਰਯੋਗ ਜਿਹੜਾ ਹੈਗਾ ਕੀਤਾ ਜਾਂਦਾ ਹੈ। ਵਿਵਹਾਰਕ ਪ੍ਰਯੋਗੀ ਗਿਆਨ ਜਿਹੜਾ ਹੈ ਪ੍ਰੈਕਟੀਕਲ ਦੇ ਰਾਹੀਂ, ਹੁਣ ਦੇਖੋ ਆਪਾਂ ਵੋਟ ਪਾਉਣ ਜਾਂਦੇ ਹਾਂ ਤਾਂ ਉਹ ਸਾਰੀ ਚੀਜ਼ ਕੀ ਕਰਦੇ ਆ, ਪ੍ਰੈਕਟੀਕਲ ਨਾ। ਤਾਂ ਕਹਿੰਦੇ ਤਾਂ ਕਰਕੇ ਜਿਹੜਾ ਹੈਗਾ ਇਹ ਨਿਰੀਖਣ ਕੀਤਾ ਜਾ ਸਕਦਾ, ਬਿਕੋਜ਼ ਇਹ ਪ੍ਰੈਕਟੀਕਲ ਚੀਜ਼ਾਂ ਵੀ ਕਾਫੀ ਸਾਰੀਆਂ ਵਿੱਚ ਇਨਕਲੂਡ ਕਰਦਾ। ਪਰ ਸਾਰੇ ਦਾ ਸਾਰਾ ਜਿਹੜਾ ਹੈ ਪ੍ਰੈਕਟੀਕਲ ਨਹੀਂ ਹੈ, ਕੁਝ ਕੁ ਪਾਰਟ ਜਿਹੜਾ ਹੈ ਇਹਦਾ ਪ੍ਰੈਕਟੀਕਲ ਹੈ। ਤਾਂ ਕਰਕੇ ਅਸੀਂ ਇਸਦੇ ਪਾਰਟ ਨੂੰ, ਕੁਝ ਪਾਰਟਸ ਨੂੰ ਨਿਰੀਖਣ ਕਰ ਸਕਦੇ ਹਾਂ, ਤਾਂ ਕਰਕੇ ਅਸੀਂ ਕਹਿੰਦੇ ਹਾਂ ਵੀ ਇਹ ਸਾਇੰਸ ਹੈ ਕਿਉਂਕਿ ਇਹਦੇ ਵਿੱਚ ਨਿਰੀਖਣ ਕਰ ਸਕਦੇ ਹਾਂ। ਉਸ ਤੋਂ ਬਾਅਦ 'ਚ ਹੈ ਵਿਗਿਆਨਕ ਸਰੂਪ। ਵਿਗਿਆਨਕ ਸਰੂਪ ਕਹਿੰਦੇ ਇਹ ਇੱਕ ਵਿਸ਼ਾ ਹੈ ਤਾਂ ਕਰਕੇ ਇਸਦਾ ਸਰੂਪ ਜਿਹੜਾ ਹੈਗਾ ਵਿਗਿਆਨਕ ਹੈ, ਕਿਉਂਕਿ ਇਹ ਕੀ ਹੈਗਾ ਇੱਕ ਸਾਇੰਸ ਲੱਗ ਗਿਆ, ਤਾਂ ਕਰਕੇ ਜਿਹੜਾ ਹੈ ਇਹਦਾ ਸਰੂਪ ਵਿਗਿਆਨਕ ਹੈ, ਕਿਉਂਕਿ ਇਹ ਪੋਲੀਟੀਕਲ ਈਵੈਂਟਸ ਦੀ ਜਿਹੜੀ ਹੈਗੀ ਹੈ ਸਟੱਡੀ ਕਰਦਾ ਹੈ, ਤਾਂ ਕਰਕੇ ਇਸਦਾ ਵਿਗਿਆਨਕ ਸਰੂਪ ਹੋਣ ਕਰਕੇ ਵਿਗਿਆਨ ਹੈ। ਫਿਰ ਕਹਿੰਦੇ ਨੇ ਆਧੁਨਿਕਤਾ, ਜਿਵੇਂ ਹੋਰ ਸਾਇੰਸਿਸ ਦੇ ਵਿੱਚ ਆਧੁਨਿਕਤਾ ਹੁੰਦੀ ਹੈਗੀ ਆ, ਮੋਡਰਨਾਈਜੇਸ਼ਨ ਹੁੰਦੀ ਹੈਗੀ ਹੈ, ਮੋਡਰਨਿਟੀ ਹੁੰਦੀ ਹੈ, ਤਾਂ ਕਰਕੇ ਜਿਹੜਾ ਹੈਗਾ ਇਸ ਦੇ ਵਿੱਚ ਵੀ ਜਿਹੜੀ ਹੈਗੀ ਹੈ ਮੋਡਰਨਿਟੀ ਪਾਈ ਜਾਂਦੀ ਹੈ, ਕਿਉਂਕਿ ਇਹ ਨਵੇਂ ਨਵੇਂ ਰੂਪ ਇਨਕਲੂਡ ਆਪਣੇ 'ਚ ਕਰਦਾ ਰਹਿੰਦਾ। ਹੁਣ ਦੇਖੋ ਜੋ ਪਹਿਲਾਂ ਸੀਗੇ ਆਪਣੀ ਸਰਕਾਰ ਦੇ ਵਿੱਚ ਪੋਲੀਟੀਕਲ ਸਾਇੰਸ ਦੇ ਵਿੱਚ, ਪੋਲੀਟਿਕਸ ਦੇ ਵਿੱਚ ਜੋ ਵੀ ਆਪਣੇ ਕੁਝ ਸੀਗਾ ਨਿਊ ਇਨਕਲੂਡ ਹੁੰਦਾ ਰਹਿੰਦਾ ਸਾਰਾ ਕੁਝ ਹੈ ਨਾ। ਹੁਣ ਅਮੈਂਡਮੈਂਟਸ ਇੰਨੀਆਂ ਹੁੰਦੀਆਂ ਨੇ ਤਾਂ ਮੋਡਰਨਿਟੀ ਜਿਹੜੀ ਹੈਗੀ ਆ ਅਕੋਰਡਿੰਗ ਟੂ ਟੇਸਟ ਜਿਹੜਾ ਹੈਗਾ ਚੇਂਜ ਹੁੰਦੇ ਰਹਿੰਦੇ। ਸੋ ਇਹ ਜਿਹੜਾ ਹੈਗਾ ਆਧੁਨਿਕਤਾ ਆਉਂਦੀ ਰਹਿੰਦੀ, ਤਾਂ ਕਰਕੇ ਇਹ ਕਹਿੰਦੇ ਸਾਇੰਸ ਹੈ। ਤਜਰਬੇ ਸੰਭਵ, ਹੁਣ ਇਹ ਕਹਿੰਦੇ ਵਿਗਿਆਨ ਹੈ ਤਾਂ ਕਰਕੇ ਇਸ 'ਚ ਤਜਰਬੇ ਵੀ ਸੰਭਵ ਹੈ। ਰਾਜਨੀਤੀ ਵਿਗਿਆਨ ਵਿਗਿਆਨ ਹੈ ਕਿਉਂਕਿ ਇਹਦੇ ਵਿੱਚ ਹੋਰ ਵਿਗਿਆਨਾਂ ਵਾਂਗੂ ਤਜਰਬੇ ਸੰਭਵ ਨੇ, ਪੂਰੀ ਤਰ੍ਹਾਂ ਤਜਰਬੇ ਨਹੀਂ ਹੁੰਦੇ ਪਰ ਕਾਫੀ ਹੱਦ ਤੱਕ ਇਹ ਕਹਿੰਦੇ ਸੰਭਵ ਹੈ, ਤਾਂ ਕਰਕੇ ਅਸੀਂ ਇਹਨੂੰ ਸਾਇੰਸ ਮੰਨਦੇ ਹਾਂ। ਇਸ ਵਿੱਚ ਭੌਤਿਕ ਵਿਗਿਆਨ ਯਾਨੀ ਕਿ ਫਿਜ਼ੀਕਲ ਸਾਇੰਸਿਸ ਜਿਹੜੇ ਹੁੰਦੇ ਨੇ ਉਹਨਾਂ ਵਾਂਗੂ ਤਜਰਬੇ ਸੰਭਵ ਹੈ, ਕਹਿੰਦੇ ਚਾਹੇ ਉਹ ਕੁਝ ਗਲਤੀ ਨਿਕਲ ਜਾਣ, ਪਰ ਜਿਹੜੇ ਹੈਗੇ ਇਸ ਦੇ ਨਾਲ ਸਿਧਾਂਤ ਤਾਂ ਕਹਿੰਦੇ ਨਿਸ਼ਚਿਤ ਕਰ ਸਕਦੇ ਨਾ ਆਪਾਂ, ਚਾਹੇ ਕੁਝ ਗਲਤ ਹੋ ਜਾਣ। ਹੁਣ ਆਪਾਂ ਕਨਕਲੂਜ਼ਨ ਕਰਾਂਗੇ ਵੀ ਇਸ ਤੋਂ ਸਪਸ਼ਟ ਹੈ ਕਿ ਰਾਜਨੀਤੀ ਵਿਗਿਆਨ, ਰਾਜਨੀਤੀ ਸ਼ਾਸਤਰ ਇੱਕ ਵਿਗਿਆਨ ਹੈ ਕਿਉਂਕਿ ਇਸਦੀ ਭਵਿੱਖਬਾਣੀ ਕੁਝ ਹੱਦ ਤੱਕ ਸੰਭਵ ਹੈ, ਕਰਮਬੱਧਤਾ ਕੁਝ ਹੱਦ ਤੱਕ ਪਾਈ ਜਾਂਦੀ ਹੈ, ਨਿਰੀਖਣ ਵੀ ਕੀਤਾ ਜਾ ਸਕਦਾ ਹੈ, ਆਧੁਨਿਕਤਾ ਪਾਈ ਜਾਂਦੀ ਹੈ ਅਤੇ ਤਜਰਬੇ ਸੰਭਵ ਹੈ। ਜੋ ਲਾਈਨਾਂ ਆਪਾਂ ਨੇ ਪੁਆਇੰਟਸ 'ਚ ਪਾਈਆਂ ਉਹੀ ਆਪਾਂ ਇੱਥੇ ਕਨਕਲੂਜ਼ਨ 'ਚ ਪਾਤੀਆਂ। ਹੁਣ ਆ ਗਈ ਵਾਰੀ ਨੋਟ ਆ ਸਾਇੰਸ ਦੀ। ਹੁਣ ਜਿਹੜੇ ਕਹਿੰਦੇ ਨੇ ਕਿ ਪੋਲੀਟੀਕਲ ਸਾਇੰਸ ਸਾਇੰਸ ਨਹੀਂ ਹੈਗੀ, ਵਿਗਿਆਨ ਨਹੀਂ ਹੈਗਾ। ਹੁਣ ਇਹ ਕਹਿੰਦੇ ਨੇ ਕੁਝ ਥਿੰਕਰ ਕਹਿੰਦੇ ਇਹ ਵਿਗਿਆਨ ਨਹੀਂ ਹੈ, ਉਹਨਾਂ ਨੇ ਫਿਰ ਅੱਗੇ ਕਿਹਾ ਕਹਿੰਦੇ ਰਾਜਨੀਤੀ ਵਿਗਿਆਨ ਵਿਗਿਆਨ ਦੀ ਕਸੌਟੀ 'ਤੇ ਖਰਾ ਨਹੀਂ ਉਤਰਦਾ ਕਿਉਂਕਿ ਗਿਆਨ ਅਤੇ ਪ੍ਰੀਖਣਾਂ ਦੀ ਪੜਚੋਲ ਨਹੀਂ ਕੀਤੀ ਜਾ ਸਕਦੀ। ਇਹ ਕਹਿੰਦੇ ਵੀ ਮਨੁੱਖ ਜਿਹੜਾ ਹੈਗਾ ਬਦਲਦਾ ਰਹਿੰਦਾ, ਉਹਦਾ ਬਿਹੇਵੀਅਰ ਬਦਲਦਾ ਰਹਿੰਦਾ, ਸਟੀਕ ਪਰੀਖਣ ਜਿਹੜਾ ਹੈ ਉਹ ਨਹੀਂ ਆਉਂਦਾ ਹੈਗਾ ਬਾਹਰ। ਹੋਰਾਂ ਵਿਗਿਆਨਾਂ ਦੇ ਵਿੱਚ ਲਾਈਕ ਤੁਸੀਂ ਕੋਈ ਕੈਮੀਕਲ ਰਿਐਕਸ਼ਨ ਕਰ ਰਹੇ ਹੋ ਤਾਂ ਉਹਦੇ ਵਿੱਚ ਜਿਹੜਾ ਰਿਜ਼ਲਟ ਹੈ ਉਹ ਉਹੀ ਆਏਗਾ ਹੈ ਨਾ, ਜੋ ਤੁਸੀਂ ਹਰ ਵਾਰ ਕਰਦੇ ਹੋ। ਅਗਰ ਤੁਸੀਂ ਮੈਥ ਚੱਕਿਆ ਹੈਗਾ, ਮੈਥ ਦੇ ਵਿੱਚ ਵੀ ਉਹੀ ਰਿਜ਼ਲਟ ਆਉਣਗੇ, ਅਗਰ ਤੁਸੀਂ ਮੀਨ ਕੱਢੋਗੇ ਉਹੀ ਰਿਜ਼ਲਟ ਆਏਗਾ, ਚਾਹੇ ਤੁਸੀਂ ਕਿਸੇ ਵੀ ਵੇ ਨਾਲ ਕੱਢੋ, ਚਾਹੇ ਤੁਸੀਂ ਕੋਈ ਵੀ ਮੈਥਡ ਯੂਜ਼ ਕਰੋ ਮੈਥ ਦੇ ਵਿੱਚ ਸਟੈਟਿਸਟਿਕਸ ਕੱਢਣ ਲਈ। ਤਾਂ ਕਹਿੰਦੇ ਇਹਦੇ ਵਿੱਚ ਐਸਾ ਕੁਝ ਸੰਭਵ ਨਹੀਂ ਹੈਗਾ, ਤਾਂ ਕਰਕੇ ਇਹ ਵਿਗਿਆਨ ਨਹੀਂ ਹੈਗਾ। ਫਿਰ ਇਹ ਕਹਿ ਰਹੇ ਨੇ ਕਿ ਨਿਸ਼ਚਿਤ ਸਿਧਾਂਤਾਂ ਦੀ ਅਣਹੋਂਦ ਹੈ, ਇਹਦੇ ਰੂਲਸ ਜਿਹੜੇ ਪ੍ਰਿੰਸੀਪਲਸ ਨੇ, ਲਾਜ਼ ਨੇ, ਉਹਨਾਂ ਦੇ ਅਣਹੋਂਦ ਪਾਈ ਜਾਂਦੀ ਹੈ। ਰਾਜਨੀਤੀ ਵਿਗਿਆਨ ਜਿਹੜਾ ਹੈਗਾ ਨਿਸ਼ਚਿਤ ਸਿਧਾਂਤ ਇਹਦੇ ਵਿੱਚ ਨਹੀਂ ਪਾਏ ਜਾਂਦੇ ਹੈਗੇ,
ਸਾਰੇ ਰਾਜਨੀਤਿਕ ਸਿਧਾਂਤ ਸਾਰੇ ਸਮਾਜ 'ਤੇ ਲਾਗੂ ਨਹੀਂ ਕੀਤੇ ਜਾ ਸਕਦੇ। ਤੁਸੀਂ ਕੁਝ ਕੁ ਪੀਪਲ 'ਤੇ ਕਰ ਸਕਦੇ ਹੋ, ਸਾਰੇ 'ਤੇ ਲਾਗੂ ਨਹੀਂ ਕਰ ਸਕਦੇ ਸੇਮ ਸਿਧਾਂਤ। ਤਾਂ ਅਗਰ ਅਸੀਂ ਹੋਰ ਸਾਇੰਸਿਸ ਦੀ ਗੱਲ ਕਰੀਏ ਤਾਂ ਉਹ ਵਾਲੇ ਸਿਧਾਂਤ ਹਰੇਕ ਚੀਜ਼ 'ਤੇ ਲਾਗੂ ਹੋ ਜਾਂਦੇ ਆ, ਹੈ ਨਾ। ਸੋ ਕੈਮੀਕਲ ਰਿਐਕਸ਼ਨਸ ਉਹੀ ਹੁੰਦੀਆਂ। ਫਿਜ਼ੀਕਲ ਜਿਹੜੇ ਵੀ ਸਾਇੰਸ ਹੈਗੇ ਸਭ ਦੇ ਜਿਹੜੇ ਹੈਗੇ ਨੇ ਰਿਜ਼ਲਟਸ ਸੇਮ ਆਉਂਦੇ ਆ, ਲੇਕਿਨ ਇੱਥੇ ਤੁਸੀਂ ਜਿਹੜਾ ਹੈਗਾ ਅੱਜ ਸਟੱਡੀ ਕੀਤੀ ਹੈਗੀ ਹੈ, ਕੱਲ੍ਹ ਨੂੰ ਉਸਦਾ ਰਿਜ਼ਲਟ ਜਿਹੜਾ ਹੈਗਾ ਤੁਹਾਨੂੰ ਅੱਜ ਤੋਂ ਅਲੱਗ ਨਜ਼ਰ ਆਏਗਾ। ਸੋ ਤਾਂ ਕਰਕੇ ਹੈਗੇ ਨਿਸ਼ਚਿਤ ਸਿਧਾਂਤਾਂ ਦੀ ਅਣਹੋਂਦ ਪਾਈ ਜਾਂਦੀ ਹੈਗੀ ਹੈ। ਸਾਰੇ ਰਾਜਨੀਤਿਕ ਸਿਧਾਂਤਾਂ ਨੂੰ ਸਾਰੇ ਸਮਾਜ 'ਤੇ ਲਾਗੂ ਤੁਸੀਂ ਨਹੀਂ ਕਰ ਸਕਦੇ, ਕਿਉਂਕਿ ਭਾਰਤ ਦੀ ਰਾਜਨੀਤੀ ਵਿਗਿਆਨ ਦੇ ਸਿਧਾਂਤ ਬਾਰੇ ਦੇਸ਼ਾਂ ਦੇ ਵਿੱਚ ਜਿਹੜਾ ਹੈਗਾ ਵਰਕ ਨਹੀਂ ਕਰ ਸਕਦੇ। ਹੁਣ ਜੇ ਤੁਸੀਂ ਦੇਖੋ ਜੋ ਭਾਰਤ ਦੇ ਵਿੱਚ ਰਾਜਨੀਤੀ ਵਿਗਿਆਨ ਦਾ ਸਿਨੈਰੀਓ ਹੈ ਉਹ ਬਾਹਰਲੀ ਕੰਟਰੀ ਦੇ ਵਿੱਚ ਅੱਡ ਹੋ ਸਕਦਾ, ਤਾਂ ਕਹਿੰਦੇ ਤੁਸੀਂ ਇਸ ਦੇ ਬਾਰੇ ਜਿਹੜਾ ਹੈ ਪ੍ਰੈਡਿਕਸ਼ਨ ਵੀ ਨਹੀਂ ਕਰ ਸਕਦੇ ਹੈਗੇ। ਉਸ ਤੋਂ ਬਾਅਦ 'ਚ ਇਹ ਕਹਿ ਰਹੇ ਨੇ ਕਿ ਤਜਰਬੇ ਜਿਹੜੇ ਹੈਗੇ ਨੇ ਸੰਭਵ ਨਹੀਂ ਹੈਗੇ। ਰਾਜਨੀਤੀ ਵਿਗਿਆਨ ਵਿੱਚ ਤਜਰਬੇ ਸੰਭਵ ਘੱਟ ਨੇ, ਕਿਉਂਕਿ ਪ੍ਰਕਿਰਤਿਕ ਵਿਗਿਆਨ ਨੇ ਜਿਹੜੇ ਨੈਚੁਰਲ ਸਾਇੰਸਿਸ ਹੈ ਨਾ, ਵਿੱਚ ਤਜਰਬੇ ਸੰਭਵ ਨੇ, ਨਿਸ਼ਚਿਤ ਸਿੱਟੇ ਪ੍ਰਾਪਤ ਕੀਤੇ ਜਾ ਸਕਦੇ ਨੇ। ਪਰ ਰਾਜਨੀਤੀ ਸ਼ਾਸਤਰ ਵਿੱਚ ਮਨੁੱਖਾਂ ਦੇ ਵਿਵਹਾਰ ਰਾਜਨੀਤੀ ਪ੍ਰਤੀ ਡਿਫਰੈਂਟ ਹੈ, ਤਾਂ ਕਰਕੇ ਤੁਸੀਂ ਤਜਰਬੇ ਨਹੀਂ ਕਰ ਸਕਦੇ ਹੈਗੇ। ਤੁਸੀਂ ਤਜਰਬਾ ਕਰੋਗੇ ਅੱਜ ਕੁਝ ਹੋਰ ਹੋਏਗਾ, ਅੱਗੇ ਕੁਝ ਹੋਰ ਹੋਏਗਾ। ਸੋ ਤਜਰਬੇ ਜਿਹੜੇ ਹੈਗੇ ਨੇ ਤੁਸੀਂ ਨਹੀਂ ਕਰ ਸਕਦੇ। ਭਵਿੱਖਬਾਣੀ ਸੰਭਵ ਨਹੀਂ ਹੈ, ਕਿਉਂਕਿ ਇਹ ਕਹਿ ਰਹੇ ਨੇ, ਕਹਿੰਦੇ ਰਾਜਨੀਤੀ ਵਿਗਿਆਨ ਨਹੀਂ ਹੈਗਾ, ਕਿਉਂਕਿ ਇਹ ਹੋਰ ਵਿਗਿਆਨਾਂ ਵਾਂਗ ਭਵਿੱਖਬਾਣੀ ਨਹੀਂ ਕਰ ਸਕਦਾ। ਥੋੜੀ ਬਹੁਤ ਕਰਦਾ ਹੈਗਾ, ਲੇਕਿਨ ਤੁਸੀਂ ਐਦਾਂ ਨਹੀਂ ਕਹਿ ਸਕਦੇ ਕਿ ਇਹ ਸਾਇੰਸ ਹੈ ਨਾ, ਕਿਉਂਕਿ ਕਾਫੀ ਹੱਦ ਤੱਕ ਇਹ ਭਵਿੱਖਬਾਣੀ ਨਹੀਂ ਵੀ ਕਰਦਾ, ਤਾਂ ਕਰਕੇ ਅਸੀਂ ਇਹਨੂੰ ਸਾਇੰਸ ਨਹੀਂ ਮੰਨਦੇ। ਮਨੁੱਖ ਵਿੱਚ ਭਾਵਨਾਵਾਂ ਨੇ, ਜੋ ਇਮੋਸ਼ਨਸ ਨੇ, ਫੀਲਿੰਗਸ ਨੇ, ਬਦਲਦੀਆਂ ਰਹਿੰਦੀਆਂ ਨੇ, ਤਾਂ ਇਹਨਾਂ ਬਾਰੇ ਜਾਣਨਾ ਬਹੁਤ ਜ਼ਿਆਦਾ ਮੁਸ਼ਕਿਲ ਹੈਗਾ। ਸੋ ਤਾਂ ਕਰਕੇ ਇਹ ਸਾਇੰਸ ਨਹੀਂ ਹੈ। ਵਿਗਿਆਨ ਵਾਂਗ ਕਾਰਨ ਅਤੇ ਕਾਰਜ ਦਾ ਸੰਬੰਧ ਨਹੀਂ। ਹੁਣ ਜਿਵੇਂ ਵਿਗਿਆਨਾਂ 'ਚ ਹੁੰਦਾ ਕਾਜ਼ ਐਂਡ ਇਫੈਕਟ ਰਿਲੇਸ਼ਨਸ਼ਿਪ, ਉਹ ਇਹਦੇ ਵਿੱਚ ਨਹੀਂ ਹੈ। ਤਾਂ ਤੁਸੀਂ ਸਾਇੰਸ ਕਿੱਦਾਂ ਕਹਿਤਾ ਇਹਨੂੰ, ਹੈ ਨਾ। ਸਾਇੰਸ 'ਚ ਤਾਂ ਕਾਜ਼ ਐਂਡ ਇਫੈਕਟ ਰਿਲੇਸ਼ਨਸ਼ਿਪ ਹੁੰਦਾ। ਰਾਜਨੀਤੀ ਵਿਗਿਆਨ ਵਿੱਚ ਕਿਸੇ ਵੀ ਘਟਨਾ ਦਾ ਕਾਰਨ ਅਤੇ ਕਾਰਜ ਦਾ ਸੰਬੰਧ ਨਿਸ਼ਚਿਤ ਕਰਨਾ ਅਤੇ ਸਮਝਣਾ ਔਖਾ ਹੈ। ਵਿਗਿਆਨ ਵਿੱਚ ਕਾਰਜ ਅਤੇ ਕਾਰਨ ਜਿਹੜਾ ਹੁੰਦਾ ਉਸਦਾ ਸੰਬੰਧ ਹੁੰਦਾ, ਪਰ ਰਾਜਨੀਤੀ ਸ਼ਾਸਤਰ ਵਿੱਚ ਅਜਿਹਾ ਨਹੀਂ ਹੁੰਦਾ, ਤਾਂ ਕਰਕੇ ਅਸੀਂ ਇਸ ਨੂੰ ਸ਼ੁੱਧ ਵਿਗਿਆਨ ਨਹੀਂ ਮੰਨ ਸਕਦੇ। ਪੱਖਪਾਤ ਬਾਇਸਨੈਸੀ ਦੇ ਵਿੱਚ ਹੁੰਦੀ ਹੈ। ਰਾਜਨੀਤੀ ਵਿਗਿਆਨ ਇੱਕ ਵਿਗਿਆਨ ਤਾਂ ਵੀ ਨਹੀਂ ਕਿਹਾ ਜਾ ਸਕਦਾ, ਕਿਉਂਕਿ ਇਹ ਪੱਖਪਾਤੀ ਰਵੱਈਆ ਰੱਖਦਾ ਹੈਗਾ। ਇਸ ਦੇ ਨਤੀਜੇ ਸਟੀਕ ਜਿਹੜੇ ਹੈਗੇ ਨੇ ਪ੍ਰੋਪਰ ਨਹੀਂ ਨਿਕਲਦੇ, ਟਰੂ ਨਹੀਂ ਨਿਕਲਦੇ। ਇਹ ਨਿਰਪੱਖ ਵਿਗਿਆਨ ਨਹੀਂ ਹੈ, ਕਿਤੇ ਕਿਤੇ ਜਿਹੜਾ ਹੈਗਾ ਬਾਇਸਨੈਸ ਇਸ ਦੇ ਵਿੱਚ ਆਉਂਦੀ ਹੈ, ਪਰ ਸਾਇੰਸ ਦੇ ਵਿੱਚ ਕਹਿੰਦੇ ਕੋਈ ਬਾਇਸਨੈਸ ਨਹੀਂ ਆਉਂਦੀ। ਪਰ ਇਹ ਐਸਾ ਸਬਜੈਕਟ ਹੈ ਜਿਸ 'ਚ ਬਾਇਸਨੈਸ ਪੱਖਪਾਤ ਜਿਹੜਾ ਹੈ ਆ ਜਾਂਦਾ ਹੈ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਰਾਜਨੀਤੀ ਵਿਗਿਆਨ ਕਰਮਬੱਧ ਗਿਆਨ ਨਹੀਂ ਹੈ, ਇਸ ਦੀ ਭਵਿੱਖਬਾਣੀ ਨਹੀਂ ਸੰਭਵ, ਤਜਰਬੇ ਵਿਗਿਆਨਕ ਨਹੀਂ ਹੁੰਦੇ, ਮਾਪਣ ਦਾ ਪੈਮਾਨਾ ਨਹੀਂ, ਤਾਂ ਕਰਕੇ ਵਿਗਿਆਨ ਨਹੀਂ ਹੈ। ਸਕੋਪ ਆਫ ਪੋਲੀਟੀਕਲ ਸਾਇੰਸ। ਹੁਣ ਹੈ ਇਸਦੇ ਖੇਤਰ ਦੀ ਵਾਰੀ, ਘੇਰਾ। ਸੋ ਕੁਝ ਵੀ ਕੁਐਸਚਨ ਆ ਜਾਏ ਘੁਮਾ ਕੇ ਤਾਂ ਉਹਨੂੰ ਇੰਗਲਿਸ਼ 'ਚ ਜ਼ਰੂਰ ਪੜ੍ਹ ਲਿਓ। ਰਾਜਨੀਤੀ ਵਿਗਿਆਨ ਦਾ ਘੇਰਾ ਕਹਿੰਦੇ ਬਹੁਤ ਵਿਸ਼ਾਲ ਹੈ, ਕਿਉਂਕਿ ਇਸ ਦੇ ਵਿੱਚ ਜਿਹੜੀ ਹੈਗੀ ਹੈ ਲਿਮਿਟਸ ਤੈਅ ਕਰਨੀਆਂ, ਹੱਦ ਤੈਅ ਕਰਨੀ ਬੜੀ ਮੁਸ਼ਕਿਲ ਹੈ। ਰਾਜਨੀਤਿਕ ਸਿਧਾਂਤਾਂ ਦਾ ਅਧਿਐਨ, ਇਸ ਦੇ ਖੇਤਰ 'ਚ ਕੀ ਆਉਂਦਾ ਹੈ, ਰਾਜਨੀਤਿਕ ਸਿਧਾਂਤਾਂ ਦਾ ਅਧਿਐਨ ਆਉਂਦਾ ਹੈ, ਕਿਉਂਕਿ ਇਸ 'ਚ ਬਹੁਤ ਸਾਰੇ ਸਿਧਾਂਤ ਸ਼ਾਮਿਲ ਕੀਤੇ ਗਏ ਹਨ, ਜਿਹੜੇ ਕਿ ਆਦਰਸ਼ ਰਾਜ ਦੀ ਸਿਧਾਂਤ ਹੋ ਗਿਆ, ਨਿਆਂ ਦਾ ਸਿਧਾਂਤ ਹੋ ਗਿਆ ਅਤੇ ਆਦਰਸ਼ ਸਮਾਜ ਦਾ ਸਿਧਾਂਤ ਹੋ ਗਿਆ। ਇਹਨਾਂ ਸਿਧਾਂਤਾਂ 'ਤੇ ਚੱਲ ਕੇ ਹੀ ਭੂਤਕਾਲ ਦੀਆਂ ਕਮੀਆਂ ਸੁਧਾਰੀਆਂ ਜਾ ਸਕਦੀਆਂ ਹਨ ਅਤੇ ਵਰਤਮਾਨ ਦੇ ਵਿੱਚ ਉਸ ਨੂੰ ਇਰੈਡੀਕੇਟ ਕਰਕੇ ਆਪਾਂ ਫਿਊਚਰ ਨੂੰ ਸੁਧਾਰ ਸਕਦੇ ਹਾਂ। ਵੀ ਰਾਜਨੀਤਿਕ ਵਿਗਿਆਨਾਂ ਜਿਹੜਾ ਰਾਜਨੀਤਿਕ ਸਿਧਾਂਤਾਂ ਦਾ ਅਧਿਐਨ ਹੈ, ਇਹ 'ਚ ਸਿਧਾਂਤਾਂ ਦੀ ਸਟੱਡੀ ਕੀਤੀ ਜਾਂਦੀ ਹੈ। ਰਾਜਨੀਤਿਕ ਸੰਸਥਾਵਾਂ, ਰਾਜਨੀਤੀ ਵਿਗਿਆਨ ਦੇ ਵਿੱਚ ਜਿਹੜਾ ਹੈਗਾ ਬਹੁਤ ਸਾਰੀਆਂ ਸੰਸਥਾਵਾਂ ਨੇ, ਜਿਵੇਂ ਸੰਵਿਧਾਨ ਹੋ ਗਿਆ, ਰਾਸ਼ਟਰ ਹੋ ਗਿਆ, ਪ੍ਰਦੇਸ਼ ਹੋ ਗਿਆ, ਪ੍ਰਾਂਤ ਹੋ ਗਿਆ, ਸਥਾਨਕ ਸਰਕਾਰਾਂ ਹੋ ਗਈਆਂ, ਇਹਨਾਂ ਦਾ ਅਧਿਐਨ ਕੀਤਾ ਜਾਂਦਾ ਹੈ। ਗੁਣ ਔਗੁਣ ਇਹਨਾਂ ਸਰਕਾਰਾਂ ਦੇ ਦੇਖੇ ਜਾਂਦੇ ਨੇ। ਸੋ ਸਾਰਿਆਂ ਦਾ ਓਵਰਆਲ ਸਟੱਡੀ ਕੀਤੀ ਜਾਂਦੀ ਹੈ, ਤਾਂ ਕਰਕੇ ਇਹਨੂੰ ਪੋਲੀਟੀਕਲ ਸਾਇੰਸ ਕਹਿੰਦੇ। ਤਾਂ ਇਹਦੇ ਘੇਰੇ 'ਚ ਵੀ ਆ ਜਾਂਦੇ ਨੇ ਰਾਜਨੀਤਿਕ ਦਲ ਅਤੇ ਦਬਾਓ ਸਮੂਹ। ਓਬਵੀਅਸ ਜੀ ਗੱਲ ਹੈਗੀ ਹੈ, ਜਦੋਂ ਤੁਸੀਂ ਰਾਜਨੀਤੀ ਪੜ੍ਹ ਰਹੇ ਹੋ ਤਾਂ ਉਹਦੇ ਵਿੱਚ ਦਲ ਵੀ ਆਉਣਗੇ, ਦਬਾਓ ਸਮੂਹ, ਪ੍ਰੈਸ਼ਰ ਗਰੁੱਪਸ ਵੀ ਆਉਣਗੇ। ਰਾਜਨੀਤੀ ਅਧਿਐਨ ਦੇ ਖੇਤਰ ਵਿੱਚ ਰਾਜਨੀਤਿਕ ਦਲ ਦਬਾਓ ਸਮੂਹ 'ਚ ਆਉਂਦੇ ਨੇ। ਮੰਗਾਂ ਦੀ ਪੂਰਤੀ ਲਈ ਸਰਕਾਰ 'ਤੇ ਦਬਾਅ ਪਾਇਆ ਜਾਂਦਾ ਹੈ, ਅਤੇ ਇਹ ਸਾਰਾ ਕੁਝ ਕਿਸ 'ਚ ਆਉਂਦਾ, ਰਾਜਨੀਤੀ ਵਿਗਿਆਨ ਦੇ ਘੇਰੇ ਦੇ ਵਿੱਚ। ਸਭ ਕੁਝ ਇਹਦੇ ਵਿੱਚ ਸਟੱਡੀ ਕੀਤੀ ਜਾਂਦੀ ਹੈ। ਅੰਤਰਰਾਸ਼ਟਰੀ ਸੰਬੰਧ, ਹੁਣ ਜੇ ਦੇਸ਼ ਚਲਾਉਣਾ ਤਾਂ ਦੂਜੇ ਦੇਸ਼ਾਂ ਨਾਲ ਮਿਲਾ ਕੇ ਰੱਖਣਾ ਪੈਣਾ ਹੱਥ, ਤਾਂ ਰਾਜਨੀਤੀ ਵਿਗਿਆਨ ਦੇ ਘੇਰੇ ਦੇ ਵਿੱਚ ਅੰਤਰਰਾਸ਼ਟਰੀ ਕਾਨੂੰਨਾਂ, ਉੱਥੋਂ ਦੇ ਕਾਨੂੰਨਾਂ ਨੂੰ ਵੀ ਦੇਖਿਆ ਜਾਂਦਾ ਹੈਗਾ। ਸੰਸਥਾਵਾਂ, ਨੀਤੀਆਂ ਦਾ ਅਧਿਐਨ ਵੀ ਸ਼ਾਮਿਲ ਹੁੰਦਾ ਹੈ। ਕੰਪੈਰੀਜ਼ਨ ਕੀਤਾ ਜਾਂਦਾ, ਕਿਉਂਕਿ ਦੇਸ਼ ਕੀ ਨੇ ਇੱਕ ਦੂਜੇ 'ਤੇ ਨਿਰਭਰ। ਸੋ ਅੰਤਰਰਾਸ਼ਟਰੀ ਸੰਬੰਧਾਂ ਦਾ ਵੀ ਅਧਿਐਨ ਹੁੰਦਾ ਹੈ ਕਿ ਕਿਹੜੇ ਸੰਬੰਧ ਆਪਾਂ ਨੇ ਵਧਾਉਣੇ ਨੇ, ਕਿੱਥੇ ਆਪਾਂ ਨੇ ਘਟਾਉਣੇ ਹੈ। ਸਿਵਲ ਸਮਾਜ, ਯਾਨੀ ਕਿ ਆਪਾਂ ਲੋਕ ਅਤੇ ਸਰਕਾਰ ਦੇ
ਸੰਬੰਧ। ਰਾਜਨੀਤੀ ਵਿਗਿਆਨ ਵਿੱਚ ਸਿਵਲ ਸੁਸਾਇਟੀ ਅਤੇ ਗਵਰਨਮੈਂਟ ਦੋਨੋਂ ਹੀ ਸ਼ਾਮਿਲ ਕੀਤੇ ਜਾਂਦੇ ਨੇ। ਇਸ ਵਿੱਚ ਸੰਬੰਧ ਹੋਣਾ ਜ਼ਰੂਰੀ ਹੈ, ਦੋਨੋਂ ਰਾਜ ਨੂੰ ਪ੍ਰਭਾਵਿਤ ਕਰਦੇ ਨੇ, ਕਿਉਂਕਿ ਅਗਰ ਸਿਵਲ ਸੁਸਾਇਟੀ ਚਾਹੁੰਦੀ ਹੈ ਕਿ ਠੀਕ ਠਾਕ ਸਾਰਾ ਕੁਝ ਰਵੇ ਤਾਂ ਹੀ ਜਿਹੜੀ ਹੈ ਸਰਕਾਰ ਕੰਮ ਕਰਦੀ ਹੈ, ਕਿਉਂਕਿ ਦੋਨੋਂ ਚੀਜ਼ਾਂ ਇੱਕ ਦੂਜੇ ਨੂੰ ਰਿਲੇਟ ਕਰਦੀਆਂ ਨੇ, ਦੋਨੋਂ ਰਾਜ ਨੂੰ ਪ੍ਰਭਾਵਿਤ ਕਰਦੇ ਨੇ। ਸਿਵਲ ਸਮਾਜ ਕੌਣ ਆ ਗਏ? ਨਾਗਰਿਕ, NGOs ਆ ਗਏ, ਠੀਕ ਹੈ। ਗੈਰ ਸਰਕਾਰੀ ਸੰਗਠਨ ਹੁੰਦੇ ਨੇ ਜਿਹੜੇ, ਦਬਾਓ ਸਮੂਹ ਹੋ ਗਏ, ਪ੍ਰੈਸ਼ਰ ਗਰੁੱਪਸ, ਵਿਰੋਧੀ ਪਾਰਟੀਆਂ, ਐਂਟੀ ਪਾਰਟੀ ਗਰੁੱਪਸ ਹੋ ਗਏ। ਸੋ ਇਹ ਸਾਰੀਆਂ ਜਿਹੜੀਆਂ ਨੇ ਆਪਣਾ ਆਪਣਾ ਪੱਖ ਲੈ ਕੇ ਅੱਗੇ ਖੜ੍ਹਦੀਆਂ ਨੇ, ਸਰਕਾਰ ਨੂੰ ਪ੍ਰਭਾਵਿਤ ਕਰਦੀਆਂ ਨੇ, ਤਾਂ ਹੀ ਸਰਕਾਰ ਕੁਝ ਕਰਦੀ ਹੈ। ਸੋ ਕੁਸ਼ਲ ਪ੍ਰਬੰਧਾਂ ਲਈ ਇਹ ਸਭ ਕੁਝ ਦੀ ਸਟੱਡੀ ਜ਼ਰੂਰ ਕੀਤੀ ਜਾਂਦੀ ਹੈ ਕਿ ਕਿੰਨਾ ਕੁ ਕੰਮ ਕਰਨਾ ਹੈ, ਜੋ ਦਬਾਓ ਵਾਲਾ ਕੰਮ ਹੈ ਉਹ ਕਰਨਾ ਹੈ ਨਾ, ਕੀ ਇਹਦੇ ਸਿਟੀਜ਼ਨਸ ਨੂੰ ਚਾਹੀਦਾ। ਸੋ ਇਹਦੇ ਘੇਰੇ ਵਿੱਚ ਆ ਸਭ ਕੁਝ ਵੀ ਆ ਜਾਂਦਾ ਹੈ। ਰਾਜਨੀਤਿਕ ਪ੍ਰਣਾਲੀ ਦਾ ਅਧਿਐਨ, ਸਿਸਟਮ ਦਾ, ਹੈ ਨਾ। ਸਰਕਾਰ ਰਾਜ ਦਾ ਜ਼ਰੂਰੀ ਅੰਗ ਹੈ। ਸਰਕਾਰ ਦੀ ਪੂਰੀ ਕਾਰਜਸ਼ੀਲਤਾ ਦਾ ਅਧਿਐਨ ਰਾਜਨੀਤਿਕ ਪ੍ਰਣਾਲੀ 'ਚ ਕੀਤਾ ਜਾਂਦਾ, ਪੂਰੇ ਸਿਸਟਮ ਨੂੰ ਜਿਹੜਾ ਹੈਗਾ ਇਹਦੇ ਵਿੱਚ ਸ਼ਾਮਿਲ ਕੀਤਾ ਜਾਂਦਾ, ਇਹਦੇ ਘੇਰੇ ਦੇ ਵਿੱਚ। ਇਸ ਦੇ ਬਹੁਤ ਸਾਰੇ ਅੰਗ ਨੇ ਤੇ ਢਾਂਚੇ ਨੇ। ਸੋ ਇਹ ਸਾਰਾ ਕੁਝ ਦੀ ਸਟੱਡੀ ਜਿਹੜਾ ਹੈ, ਸਭ ਕੁਝ ਦੇਖਿਆ ਜਾਂਦਾ ਹੈ ਰਾਜਨੀਤਿਕ ਸ਼ਾਸਤਰ ਦੇ ਘੇਰੇ ਦੇ ਵਿੱਚ। ਸ਼ਕਤੀਆਂ ਸੱਤਾ ਦਾ ਅਧਿਐਨ। ਸ਼ਕਤੀ ਸੱਤਾ, ਹੁਣ ਓਬਵੀਅਸ ਜੀ ਗੱਲ ਹੈਗੀ ਹੈ, ਪੋਲੀਟੀਕਲ ਸਾਇੰਸ ਹੈ ਤਾਂ ਸ਼ਕਤੀ ਤਾਂ ਹੈ, ਹਰੇਕ ਸਮਾਜ ਵਿੱਚ ਸ਼ਕਤੀ ਸੱਤਾ ਹੁੰਦੀ ਹੈ ਤੇ ਇਹ ਰਾਜਨੀਤੀ ਦੇ ਘੇਰੇ 'ਚ ਆਉਂਦੇ ਆ। ਐਂਡ 'ਚ ਆਪਾਂ ਕਨਕਲੂਡ ਕਰਾਂਗੇ ਕਿ ਰਾਜਨੀਤੀ ਵਿਗਿਆਨ ਦਾ ਘੇਰਾ ਵਿਸ਼ਾਲ ਹੈ, ਇਹ ਇੱਕ ਰਾਜਨੀਤਿਕ ਪ੍ਰਣਾਲੀ ਹੈ, ਸਾਰੇ ਇੱਕ ਦੂਜੇ ਨੂੰ ਪ੍ਰਭਾਵਿਤ ਕਰਦੇ ਨੇ, ਅੰਤਰ ਕਿਰਿਆ ਕਰਦੇ ਨੇ। ਦੇਸ਼ ਦਾ ਵਿਕਾਸ ਤਾਂ ਹੀ ਹੋਏਗਾ ਜੇ ਰਾਜਨੀਤਿਕ ਗਤੀਵਿਧੀਆਂ ਦਾ ਵਿਕਾਸ ਹੋਏਗਾ। ਹੋਪ ਤੁਹਾਨੂੰ ਵੀਡੀਓ ਚੰਗਾ ਲੱਗਿਆ ਹੋਏਗਾ। ਮਿਲਦੇ ਨਵੇਂ ਵੀਡੀਓ ਦੇ ਨਾਲ। ਧੰਨਵਾਦ।